ਸਾਰੇ ਪਾਸੇ ਵੀਡੀਓ ਪਹੁੰਚਾਓ, ਸਾਰਿਆਂ ਸ਼ੇਅਰ ਕਰੋ, ਦਿਖਾਓ ਜੀ ਤੱਥ। ਤੁਹਾਨੂੰ ਦਿਖਾਉਣਾ ਮੈਂ ਕਦੋਂ ਦਾ ਕਹਿੰਦਾ ਰਹਿਣਾ, ਜਿਹੜਾ ਗਾਂਧੀ ਸੀਗਾ, ਗਾਂਧੀ ਕੋਈ ਦੇਸ਼ ਆਜ਼ਾਦੀ ਵਾਲਾ ਨਹੀਂ ਸੀ। ਗਾਂਧੀ ਗੋਰਿਆਂ ਦਾ ਏਜੰਟ ਸੀ, ਗੋਰਿਆਂ ਦਾ ਦਲਾਲ ਸੀ। ਤੁਹਾਨੂੰ ਦਿਖਾਉਣਾ ਇਹ ਤਸਵੀਰ ਹੈਗੀ ਸਨ, ਅੱਜ ਦੀ ਤਰੀਕ ਸੀਗੀ ਤੇ ਅੱਜ ਦਾ ਮਹੀਨਾ ਸੀ, ਸਨ ਸੀ 1931। ਇਹ ਗਾਂਧੀ ਕਿੱਥੇ ਆ? ਇੰਗਲੈਂਡ 'ਚ ਆ ਜੀ। ਗਾਂਧੀ ਜਿਹੜੇ ਗੋਰਿਆਂ ਦੇ ਵਿਰੁੱਧ ਲੜਦੇ ਸੀ, ਉਹ ਤਾਂ ਗਾਂ ਦੀ ਗਾਂ ਅੱਗੇ ਦੀ ਅੱਗੇ ਧਮਾਕੇ ਕਰਕੇ ਜੋ ਵੀ ਹੈ ਨਾ, ਮਤਲਬ ਵੀ ਉਹਨਾਂ ਨੂੰ ਤਾਂ ਗੋਰੇ ਲੱਭਦੇ ਫਿਰਦੇ ਸੀ। ਗੋਰੇ ਤਾਂ ਗਾਂਧੀ ਦੀ ਆਓ ਭਗਤ ਕਰਦੇ ਸੀ ਸਾਰੇ ਪਾਸੇ, ਸਾਰੇ ਗਰੁੱਪਾਂ 'ਚ ਦਿਖਾਇਓ ਇਹਨਾਂ ਦੀਆਂ ਕਰਤੂਤਾਂ। ਇਹ ਗਾਂਧੀ ਦੇ ਨਾਲ ਕੌਣ ਆ ਤੁਹਾਨੂੰ ਦਿਖਾਉਣਾ। ਇਹ ਦੋ ਠਰਕੀ ਬੰਦੇ ਆ। ਕੌਣ ਆ ਤੁਸੀਂ ਵੈਸੇ ਇਸ ਬੰਦੇ ਨੂੰ ਪਛਾਣਨਾ ਨਹੀਂ। ਅੱਜ ਦੇ ਦਿਨ ਗਾਂਧੀ ਇਸ ਨੂੰ ਮਿਲਿਆ ਸੀ। ਇਸ ਦਾ ਮੈਂ ਨਾਂ ਤੁਹਾਨੂੰ ਦੱਸਦਾ, ਇਹ ਬਹੁਤ ਮਸ਼ਹੂਰ ਆ ਬੰਦਾ, ਤੁਸੀਂ ਸਾਰਿਆਂ ਨੇ ਆਪਣੀ ਜ਼ਿੰਦਗੀ 'ਚ ਦੇਖਿਆ ਹੋਣਾ। ਇਹ ਕੌਣ ਆ? ਇਹ ਆ ਜੀ ਇਹ, ਹਾਂਜੀ ਸਹੀ ਪਛਾਣਿਆ ਤੁਸੀਂ। ਇਹ ਹੈਗਾ ਜੀ ਚਾਰਲੀ ਚੈਪਲਿਨ। ਅੱਜ ਦੇ ਦਿਨ ਮਹਾਤਮਾ ਗਾਂਧੀ ਇੰਗਲੈਂਡ 'ਚ ਚਾਰਲੀ ਚੈਪਲਿਨ ਨੂੰ 1931 'ਚ ਮਿਲਿਆ ਸੀਗਾ। ਜਿੱਦਾਂ ਦਾ ਗਾਂਧੀ ਸੀ ਉੱਦਾਂ ਦਾ ਇਹਦਾ ਭਰਾ ਚਾਰਲੀ ਚੈਪਲਿਨ ਸੀਗਾ, ਦੇਖ ਸਕਦੇ ਆ। ਤੇ ਚਾਰਲੀ ਚੈਪਲਿਨ ਨੇ ਵੀ ਗਾਂਧੀ ਵਾਂਗ ਭਈ ਕਈ ਉਹ ਕੀਤੇ ਸੀ ਤੇ 4 ਇਸਨੇ ਵਿਆਹ ਕਰਾਏ ਸੀ। ਹਾਂਜੀ ਸਹੀ ਸੁਣਿਆ ਤੁਸੀਂ, 4 ਵਿਆਹ ਕਰਾਏ ਸੀ ਚਾਰਲੀ ਚੈਪਲਿਨ ਨੇ। ਤੇ ਦੂਜੀ ਗੱਲ, ਜਦੋਂ ਮੈਂ ਕੋਈ ਗੱਲ ਕਹਿੰਦਾ ਹੁੰਦਾ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਹੁੰਦਾ। ਹੁਣ ਜੇ ਮੈਂ ਇਹ ਕਹਾਂ ਵੀ ਬਾਈ ਜੀ ਮੋਸਟਲੀ ਕੁੜੀਆਂ, ਜੇ ਬੰਦਾ ਪੈਸੇ ਵਾਲਾ ਉਹਨਾਂ ਵਿਆਹ ਕਰਾਉਣੀ, ਇਹ 'ਚ ਕੋਈ ਝੂਠ ਨਹੀਂ। ਤੁਸੀਂ ਆਪਣੀਆਂ ਹਿੰਦੀ ਹੀਰੋ ਨਾਲ ਦੇਖ ਲਓ। ਚਾਰਲੀ ਚੈਪਲਿਨ ਨੇ 4 ਵਿਆਹ ਕਰਾਏ ਸੀ। ਉਦੋਂ ਚਾਰਲੀ ਚੈਪਲਿਨ 55 ਸਾਲ ਦਾ ਸੀ ਜਦੋਂ ਚੌਥਾ ਵਿਆਹ ਕਰਾਇਆ ਸੀ, ਤੇ ਕੁੜੀ ਸੀਗੀ 17 ਸਾਲ ਦੀ। ਸੋ ਦੇਖ ਲਓ ਜੀ ਬਾਈ ਜੀ, ਮੋਹ ਮਾਇਆ ਮੋਹ ਮਾਇਆ ਮੋਹ ਮਾਇਆ, ਪੈਸਾ 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 ਪੈਸਾ। ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ। ਸੱਚੀ ਗੱਲ ਆ ਬਾਈ ਜੀ। ਹੁਣ ਇਹ ਨਾ ਕਿਉਂ ਵੀ ਬਾਈ ਜੀ ਮੈਂ ਸਾਰੀਆਂ ਕੁੜੀਆਂ ਨੂੰ ਹੀ ਕਹੀ ਜਾਂਦਾ ਵੀ ਪੈਸਾ ਦੇਖ ਕੇ ਵਿਆਹ ਕਰਾਉਂਦੀਆਂ ਆ। ਸੋ ਭਈ ਜਦੋਂ ਮਤਲਬ ਹੈ ਨਾ ਵੀ ਗਾਂ ਦੀ ਗਾਂ ਮੇਰੇ ਵਿਰੁੱਧ ਭੜਕਾਈ ਜਾਂਦੇ RSS ਵਾਲੇ, ਕੋਈ ਚੱਕਰ ਨਹੀਂ। ਇਹ ਸੀ ਚੌਥਾ ਵਿਆਹ ਕਰਾਇਆ ਚਾਰਲੀ ਚੈਪਲਿਨ ਨੇ, 55 ਸਾਲ ਦੇ ਨੇ 17 ਸਾਲ ਦੀ ਕੁੜੀ ਨਾਲ। ਹਾਂਜੀ ਤੇ ਹੋਰ ਦਿਖਾਉਣੇ ਤੁਹਾਨੂੰ ਦੁਨੀਆਦਾਰੀ 'ਚ ਕੀ ਹੋ ਰਿਹਾ। ਤੇ ਭੇਡਾਂ ਦੀ ਕਿਰਾਏ ਬਿਨਾਂ ਨਜ਼ਾਰਾ ਨਹੀਂ ਆਉਂਦਾ। ਬਹੁਤ ਵਧੀਆ ਗੱਲਾਂ ਇਸ ਵੀਡੀਓ 'ਚ। ਤੇ ਗਾਂ ਇੱਥੋਂ ਕਰਦੇ ਆ ਸ਼ੁਰੂ। ਹਾਂਜੀ ਤੇ ਇੱਕ ਜੀ ਮਹੰਤ ਜੀ ਦੀ ਮੌਤ ਹੋਈ ਆ ਉੱਤਰ ਪ੍ਰਦੇਸ਼ 'ਚ। ਉਹਨਾਂ ਨੇ ਸੁਸਾਈਡ ਕੀਤਾ ਜਾਂ ਮਾਰਿਆ ਗਿਆ। ਬਹੁਤ ਚੱਕਰ ਪਿਆ ਹੋਇਆ ਆ। ਜਿਹੜੇ ਮਤਲਬ ਭਾਰਤ ਦੇ ਸਭ ਤੋਂ ਵੱਡੇ ਅਖਾੜੇ 'ਚੋਂ ਹੈ ਨਾ ਮਹੰਤ ਸੀਗੇ, ਵੱਡੇ ਮਹੰਤ ਜੀ। ਚਲੋ ਉਹਨਾਂ ਦੀ ਤਾਂ ਰਿਸਪੈਕਟ ਕਰ ਦਿੰਦੇ ਆ ਹੈ ਨਾ, ਸੋ ਕਰਨੀ ਵੀ ਬਣਦੀ ਉਮਰ ਦੇ ਹਿਸਾਬ ਨਾਲ। ਤੇ ਮਹੰਤ ਜੀ ਹਾਂਜੀ ਉਹਨਾਂ ਦੀ ਰਿਸਪੈਕਟ ਕਰਦੇ। ਪਰ ਇਹ ਬੰਦਾ ਆਨੰਦ ਗਿਰੀ, ਇਹ ਹੁਣ ਨੈਕਸਟ ਮਹੰਤ ਹੋਣਾ ਸੀ ਹੈ ਨਾ। ਨਰਿੰਦਰ ਗਿਰੀ ਜੀ ਦੀ ਡੈਥ ਹੋ ਗਈ, ਸੁਸਾਈਡ ਕੀਤਾ ਜਾਂ ਮਾਰਿਆ ਗਿਆ ਜੇ ਪਤਾ ਨਹੀਂ ਲੱਗਦਾ ਪਿਆ। ਸੁਸਾਈਡ ਨੋਟ ਮਿਲਿਆ ਤੇ ਉਹਨਾਂ ਨੇ ਇਸ ਦਾ ਨਾਂ ਲਿਆ। ਦੇਖੋ ਜੀ ਮਹੰਤਾਂ ਦੇ ਯਾਰ ਦੁਨੀਆ 'ਤੇ ਸਭ ਤੋਂ ਵੱਧ ਨਜ਼ਾਰੇ ਇੰਡੀਆ 'ਚ। ਕੋਈ ਕੰਮ ਕਰਨ ਦੀ ਨਹੀਂ ਲੋੜ, ਬਾਬੇ ਬਣ ਜਾਓ ਬਸ, ਪੁੱਛਾਂ ਜੀਆਂ ਦੇਣ ਲੱਪੋ, ਨਜ਼ਾਰੇ ਹੀ ਨਜ਼ਾਰੇ। ਮੈਂ ਤਾਂ ਐਵੇਂ ਕੈਨੇਡਾ ਆ ਗਿਆ ਯਾਰ, ਸਹੀ ਗੱਲ ਆ। ਆ ਦੇਖੋ ਜੀ, ਇਹ ਜੀ ਆਨੰਦਗਿਰੀ। ਇੱਥੇ ਪਹਿਲਾਂ ਵੀ ਦੋਸ਼ ਲੱਗੇ ਸੀਗੇ ਵੀ 2 ਆਸਟ੍ਰੇਲੀਅਨ ਔਰਤਾਂ ਤੇ ਛੇੜਖਾਨੀ ਦੇ ਇਹਦੇ ਦੋਸ਼ ਲੱਗੇ ਸੀ। ਮਹੰਤਾਂ ਦੇ ਨਜ਼ਾਰੇ ਦਿਖਾਉਣਾ ਮੈਂ ਤੁਹਾਨੂੰ। ਆ ਲਓ ਜੀ, ਇਹ ਆ ਆਨੰਦਗਿਰੀ ਤੇ ਇਹਦੇ ਨਜ਼ਾਰੇ ਦੇਖੋ। ਹੁਣ ਇਹ ਜੇ ਮਹੰਤ ਹੈ ਦਾਰੂ ਨਹੀਂ ਪੀ ਸਕਦਾ, ਫਿਰ ਇਹ ਕੀ ਹੈ? ਫਿਰ ਗਊਮੂਤਰ ਹੋਊਗਾ ਜਾਂ ਦਾਰੂ ਆ ਜਾਂ ਗਊਮੂਤਰ ਆ। ਪ੍ਰਾਈਵੇਟ ਜੈਟ 'ਚ ਮਹੰਤ ਨਜ਼ਾਰੇ ਲੈਂਦੇ ਇੰਡੀਆ 'ਚ। ਬੱਲੇ ਬੱਲੇ ਮਹੰਤੋ, ਇੱਦਾਂ ਦੇ ਮਹੰਤ ਤਾਂ ਘਰ ਘਰ ਜੰਮਣ। ਆਪਣੇ ਸਿੱਖਾਂ 'ਚ ਵੀ ਕਈ ਆ ਜਿਹੜੇ ਨਜ਼ਾਰੇ ਲੈਂਦੇ, ਲੋਕਾਂ ਨੂੰ ਸ਼ਦਾਈ ਬਣਾਈ ਜਾਂਦੇ। ਉਹਨਾਂ ਦੇ ਵੀ ਪੜਦੇ ਫਾਸ਼ ਕਰਾਂਗੇ, ਠਹਿਰ ਜਾਓ। ਤੇ ਆ ਲਓ ਜੀ, ਇਹ ਹੁੰਦੇ ਆ ਮਹੰਤ। ਬੱਲੇ ਤੁਹਾਡੇ ਮਹੰਤੋ, ਹੈਲੀਕਾਪਟਰ ਦੇ ਪ੍ਰਾਈਵੇਟ ਜੈਟ ਤੋਂ ਘੱਟ ਤਾਂ ਗੱਲੇ ਹੀ ਨਹੀਂ ਕਰਦੇ। ਆ ਜੀ ਮਹੰਤ, ਸਾਧੂ ਬੰਦੇ। ਇਹ ਹੁੰਦੇ ਆ ਜੀ ਸਾਧੂ ਬੰਦੇ। ਕਹਿੰਦੇ ਆਪਾਂ ਕੀ ਲੈਣਾ, ਹਮ ਤਾਂ ਫਕੀਰ ਹੈ, ਜੋਲਾ ਉਠਾकर ਲੈਂਬਰਗਿਨੀ में ਚੱਲ ਪੜेंगे। ਆ ਜੀ ਮਹੰਤ, ਸਦਕੇ ਜਾਵਾਂ। ਸਹੀ ਗੱਲ ਆ ਬਾਈ ਜੀ, ਦੁਨੀਆ ਦੇ ਸਭ ਤੋਂ ਵੱਧ ਨਜ਼ਾਰੇ ਇੰਡੀਆ 'ਚ ਕਿਹਨਾਂ ਦੇ ਆ? ਇੱਕ ਲੀਡਰਾਂ ਦੇ ਤੇ ਦੂਜੇ ਬਾਬਿਆਂ ਦੇ। ਕੋਈ ਕੰਮ ਕਰਨ ਦੀ ਲੋੜ ਨਹੀਂ ਬਸ ਯਾਰ। ਸਹੀ ਗੱਲ ਆ ਬਾਈ, ਬਾਲਾ ਹੀ ਔਖਾ ਭਰਾਵੋ। ਚੱਕਰ ਕੀ ਆ, ਆਪਣੇ ਲੋਕ ਹੀ ਨਹੀਂ ਸਮਝਦੇ, ਇਹਨਾਂ ਦੇ ਪਿੱਛੇ ਲੱਗੇ ਹੋ ਆ। ਹੁਣ ਕੀ ਕਹਿ ਸਕਦੇ ਆ। ਤੇ ਇੱਕ ਜਿਹੜੀ ਨਿਊਜ਼ੀਲੈਂਡ ਨੇ ਆਪਣਾ ਜਿਹੜਾ ਪਾਕਿਸਤਾਨ ਦਾ ਟੂਰ ਕਹਿੰਦੇ ਸੀ ਆਪਾਂ ਨਹੀਂ ਕਰਨਾ, ਸਾਨੂੰ ਡਰ ਆ। ਤੇ ਚੌਧਰੀ ਫਵਾਦ ਜੀ ਉੱਥੇ ਦੇ ਬਰੋਡਕਾਸਟਿੰਗ ਮਿਨਿਸਟਰ ਨੇ, ਉਹਨਾਂ ਨੇ ਕਿਹਾ ਜਿਹੜੀ ਈਮੇਲ ਨਿਊਜ਼ੀਲੈਂਡ ਵਾਲਿਆਂ ਨੂੰ ਭੇਜੀ ਸੀਗੀ ਵੀ VPN ਸਿੰਗਾਪੁਰ ਦਾ ਸ਼ੋਅ ਹੁੰਦਾ, ਇੰਡੀਅਨ ਬੰਦੇ ਨੇ ਭੇਜੀ ਸੀਗੀ। ਤੇ ਇਹ ਆ ਜੀ ਚੌਧਰੀ ਫਵਾਦ ਜੀ ਉੱਥੇ ਦੇ ਪਾਕਿਸਤਾਨ ਦੇ ਮਿਨਿਸਟਰ। ਪਾਕਿਸਤਾਨ ਤੋਂ ਵੀ ਬਹੁਤ ਆਪਾਂ ਨੂੰ ਸੁਣਦੇ ਆ, ਸਾਰਿਆਂ ਨੂੰ ਸਲਾਮ ਵਾਲੇਕਮ ਜੀ। ਤੇ ਇਹਨਾਂ ਨੇ ਬਿਆਨ ਦਿੱਤਾ ਆ ਵੀ ਜਿਹੜੀ ਨਿਊਜ਼ੀਲੈਂਡ ਨੂੰ ਧਮਕੀ ਮਿਲੀ ਸੀ, ਭਾਰਤ ਤੋਂ ਬੰਦੇ ਨੇ ਭੇਜੀ ਸੀ। ਤੇ ਉਹ ਬੰਦੇ ਦਾ ਨਾਂ ਸੀ ਓਮ ਪ੍ਰਕਾਸ਼ ਮਿਸ਼ਰਾ। ਤੇ ਆਹ ਵਿਚਾਰਾ ਫੇਰ ਦੁਨੀਆ 'ਚ ਹਿੱਟ ਹੋ ਗਿਆ। ਇਹਦਾ ਇੱਕ ਗਾਣਾ ਆਇਆ ਸੀ, ਰੈਪਰ ਜਿਹਾ ਆ, ਆਂਟੀ ਘੰਟੀ ਵਜਾ ਦੇਗੀ, ਇੱਦਾਂ ਦਾ ਕੁਛ ਇਹਦਾ ਕੋਈ ਗਾਣਾ ਸੀਗਾ। ਤੇ ਇਹ ਬੰਦਾ ਤੇ ਓਮ ਪ੍ਰਕਾਸ਼ ਮਿਸ਼ਰਾ, ਇਹਦੀ ਫੋਟੋ ਵੀ ਦਿਖਾਈ ਚੌਧਰੀ ਫਵਾਦ ਨੇ ਸਾਰੇ ਮੀਡੀਆ ਨੂੰ। ਤੇ ਇਹਦਾ ਵਿਚਾਰਾ ਕੋਈ
ਤੁਹਾਨੂੰ ਦਿਖਾਉਣਾ। ਚਲੋ ਠੀਕ ਆ, ਮੇਲ ਇੰਡੀਆ ਤੋਂ ਕਿਸੇ ਨੇ ਭੇਜੀ ਹੋਈ ਡਰਾਊ ਹੋ ਨਿਊਜ਼ੀਲੈਂਡ ਦੀ ਟੀਮ ਨੂੰ, ਪਰ ਆਹ ਮਾਤੜ ਬੰਦਾ ਇਹ ਤਾਂ ਵਿਚਾਰਾ ਹਵਾਈ ਤੇ ਉੱਡ ਜਾਣਾ ਆ। ਇਹ ਤਾਂ ਵਿਚਾਰਾ ਕੋਈ ਰੈਪਰ ਆ, ਗਰੀਬ ਜਿਹਾ ਸਾਡੇ ਵਰਗਾ। ਲਾਓ ਆ ਜੀ ਇਹਦੀ ਫੋਟੋ ਫਵਾਦ ਨੇ ਸਾਰੇ ਮੀਡੀਆ ਨੂੰ ਦਿਖਾ ਕੇ ਸਾਰੀ ਦੁਨੀਆ 'ਚ ਇਹ ਬੰਦਾ ਮਸ਼ਹੂਰ ਕਰਤਾ ਵੀ ਜਿਹੜੀ ਨਿਊਜ਼ੀਲੈਂਡ ਦੀ ਟੀਮ ਡਰ ਕੇ ਗਈ ਆ, ਇਹ ਬੰਦੇ ਨੇ ਈਮੇਲ ਭੇਜੀ ਸੀ ਤੇ ਇਹਨੇ ਡਰਾਇਆ ਸੀਗਾ। ਤੇ ਬਾਕੀ ਹੋਰ ਦਿਖਾਉਣੇ ਜੀ, ਦੁਨੀਆਦਾਰੀ 'ਚ ਬੜਾ ਕੁਝ ਹੋ ਰਿਹਾ। ਤੇ ਆਪਣੇ ਇੱਕ ਮਿਨਿਸਟਰ ਜੀ ਆ, ਦੇਖ ਸਕਦੇ ਆ, ਆਮ ਮਰੀਜ਼ ਬਣकर ਸਫਦਰਗंज ਹਸਪਤਾਲ ਪਹੁੰਚੇ स्वास्थ्य मंत्री मनसुख मंडाविया, गार्ड ने मारा डंडा। देख लो, आम मरीज बन के गया सी सेहत मंत्री ते गार्ड ने डंडा मारता। बाई जी होर गार्ड करदे की आ, आम बंदे दी यार कोई जिंदगी थोड़ो आ, जिथे मर्जी चलवे धूड़ धक्के। आम बंदे दी कोई जिंदगी नहीं बाई जी, ये च कोई दो राय नहीं गए। उन्होंने की पता सी ये स्वास्थ्य मंत्री आ, उन्हें तो आम बंदियां को समझ के मारते डंडे। चलो भज्जो बाला ही औखा यार। तो होर दिखाने थानू। ਤੇ ਬਾਈ ਜੀ ਇੱਕ ਗੱਲ ਆ, ਸਾਰਿਆਂ ਤੱਕ ਗਾਂ ਦੀ ਗਾਂ ਪਹੁੰਚਾ ਦਿਓ। ਆਪਣੇ ਹਰ ਇੱਕ ਪਾਸੇ ਰੀਤੀ ਰਿਵਾਜ ਹੁੰਦੇ, ਕਈ ਵਾਰ ਰੀਤੀ ਰਿਵਾਜ ਪੁੱਠੇ ਵੀ ਪੈ ਜਾਂਦੇ। ਆਪਾਂ ਵੀ ਪੰਜਾਬ 'ਚ ਕਈ ਵਾਰ ਸੁਣਦੇ ਗੋਲੀ ਚਲਾਈ ਵਿਆਹ 'ਚ, ਉਹਦੇ ਲੱਗੀ ਮਰ ਗਏ ਹੈ ਨਾ। ਸੋ ਫੁਗਰੀਆਂ ਹੀ ਲੈ ਪੈਂਦੀਆਂ ਹੁੰਦੀਆਂ। ਇੱਦਾਂ ਹੀ ਇੱਕ ਦੇਸ਼ ਆ ਰੋਮਾਨੀਆ, ਉਹ ਵੀ ਸਾਡੇ ਵਿੱਚੋਂ ਹੀ ਆ। ਜਿਪਸੀ ਲੋਕ ਆਪਾਂ ਵੀ ਉਹੀ ਆ, ਹੈ ਨਾ। ਸੋ ਰੋਮਾਨੀਆ ਵਾਲੇ ਲੋਕ ਵੀ ਸਾਡੇ ਵਿੱਚੋਂ ਹੀ ਆ। ਸੋ ਇਹਨਾਂ ਦਾ ਵੀ ਰੀਤੀ ਰਿਵਾਜ ਹੈ ਵਿਆਹ ਦਾ। ਵੀ ਆ ਦੇਖ ਲਓ, ਇਹ ਮੁੰਡੇ ਦਾ ਵਿਆਹ ਸੀ, ਇਹਨਾਂ ਦਾ ਰੀਤੀ ਰਿਵਾਜ ਆ ਵੀ ਜਿੱਦਾਂ ਆਪਣੇ ਵੀ ਭੰਗੜਾ ਪਾਉਂਦੇ ਚੱਕ ਚੁੱਕ ਲੈਂਦੇ ਆ। ਸੋ ਇਹਨਾਂ ਦੇ ਵੀ ਨੱਚਦੇ ਟੱਪਦਿਆਂ ਨੇ ਚੱਕ ਲਿਆ ਤੇ ਪਾਤਾ ਮੂਧਾ। ਆ ਦੇਖ ਲਓ ਜੀ, ਵਿਆਹ ਸੀ ਇਹਦਾ ਤੇ ਪੁੱਠਾ ਬਸ ਫੇਰ ਕੀ ਸੀ, ਨਹੀਂ ਸਾਂਭ ਹੋਇਆ, ਖਾਦੀ ਪੀਤੀ 'ਚ ਡੇਪਿਆ ਤੇ ਢੂਹੀ ਤੜਾ ਕੇ ਬਹਿ ਗਿਆ, ਹੁਣ ਹਸਪਤਾਲ 'ਚ ਆ। ਸੋ ਚਲੋ ਠੀਕ ਆ, ਹਰ ਇੱਕ ਨੂੰ ਆਪਣੀ ਖੁਸ਼ੀ ਦਾ ਕੋਈ ਵੀ ਪ੍ਰੋਗਰਾਮ ਮਨਾਉਣਾ ਚਾਹੀਦਾ। ਸੋ ਇਹ ਤਸਵੀਰ ਦਿਖਾਉਣ ਦਾ ਇੱਕੋ ਹੀ ਮਕਸਦ ਸੀ ਵੀ ਧਿਆਨ ਨਾਲ ਬਾਈ ਜੀ, ਹੈ ਨਾ। ਕਈ ਵਾਰ ਚੀਜ਼ਾਂ ਮਹਿੰਗੀਆਂ ਪੈ ਜਾਂਦੀਆਂ, ਕਿੱਥੇ ਵਿਆਹ ਮਨਾਉਂਦਾ ਸੀ ਤੇ ਕਿੱਥੇ ਹੁਣ ਹਸਪਤਾਲ ਦੇ ਬੈੱਡ ਤੇ ਪਿਆ ਆ। ਸੋ ਦੇਖ ਲਓ ਜੀ। ਤੇ ਤੁਹਾਨੂੰ ਹੋਰ ਦਿਖਾਉਣੇ। ਤੇ ਇੱਕ ਗੱਲ ਮੈਂ ਕਹਿੰਦਾ ਹੁਣ, ਆਪਣੀਆਂ ਵੀਡੀਓ ਬੱਚਿਆਂ ਨੂੰ ਬਹੁਤ ਦਿਖਾਇਆ ਕਰੋ। ਤੇ ਆ ਜਾਓ ਪਹਿਲਾਂ ਇਹ ਗੱਲ ਸ਼ੁਰੂ ਕਰਦੇ ਆ। ਹਾਂਜੀ, ਤੇ ਇਹ ਆ ਜੀ ਦੁਨੀਆ ਦੇ ਸਭ ਤੋਂ ਵੱਡੇ ਟਾਪੂ, ਦੁਨੀਆ ਦੇ ਸਭ ਤੋਂ ਵੱਡੇ ਸਾਨੂੰ ਤਾਂ। ਤੇ ਦੂਜੀ ਗੱਲ ਭਰਾਵੋ, RSS ਦੇ ਬੰਦੇ ਗਾਂ ਦੀ ਗਾਂ ਕਹੀ ਜਾਂਦੇ ਆ ਤਾਂ ਨੈੱਟ ਤੋਂ ਹੀ ਚੱਕੀ ਜਾਂਦਾ। ਉਹ ਭਰਾਵੋ ਨੈੱਟ ਤੋਂ ਹੀ ਆ। ਜਿਹੜਾ ਤੁਹਾਡਾ ਉਸਤਾਦ ਆ ਉਹ ਕਿਹੜਾ ਅੰਗਰੇਜ਼ੀ ਦੇ ਸ਼ਬਦ ਪਈ ਪਿੱਛੇ ਉਹਨੇ ਖੇਤਾਂ 'ਚ ਮੂਲੀਆਂ ਨਾਲ ਬੀਜੇ ਉੱਥੋਂ ਪੱਟ ਕੇ ਲਿਆਉਂਦਾ, ਜਿਹੜੀ ਅੰਗਰੇਜ਼ੀ ਜੀ ਨਹੀਂ ਬੋਲਦਾ, ਉੱਦਾਂ ਦੀ ਤਾਂ ਮੈਂ ਵੀ ਬੋਲ ਲੂੰ ਉੱਦਾਂ। ਸੋ ਦੁਨੀਆ ਦੇ ਸਭ ਤੋਂ ਵੱਡੇ ਟਾਪੂ ਆ ਜੀ ਗ੍ਰੀਨਲੈਂਡ ਤੇ ਆ ਨਿਊ ਗਵੈਨੀਆ। ਇਹ ਹੈਗਾ ਆਸਟ੍ਰੇਲੀਆ ਦੇ ਕੋਲ, ਹੈ ਨਾ। ਤੇ ਗ੍ਰੀਨਲੈਂਡ ਦਾ ਤੁਹਾਨੂੰ ਪਤਾ ਹੀ ਆ, ਇਹ ਡੈਨਮਾਰਕ ਦੇ ਕੋਲ ਆ ਇਹ ਵੈਸੇ। ਤੇ ਬਾਕੀ ਹੋ ਰਿਹਾ ਜੀ, ਤੇ ਆ ਪੁਲਾਊ, ਤੇ ਆ ਇੱਕ ਹੈਗਾ ਆ ਸੁਮਾਤਰਾ ਤੇ ਜਾਵਾ ਇੰਡੋਨੇਸ਼ੀਆ 'ਚ। ਤੁਸੀਂ ਸੁਣੇ ਹੋਣੇ ਜਾਵਾ ਤੇ ਸੁਮਾਤਰਾ, ਹੈ ਨਾ। ਤੇ ਆ ਬਾਕੀ ਦੁਨੀਆ ਦੇ ਸਭ ਤੋਂ ਵੱਡੇ ਟਾਪੂਆਂ 'ਚੋਂ ਇਹ ਆ। ਤੇ ਗ੍ਰੇਟ ਬ੍ਰਿਟੇਨ ਨੂੰ ਵੀ ਟਾਪੂ ਗਿਣਿਆ ਜਾਂਦਾ। ਆਹ ਦੇਖੋ ਜਾਵਾ, ਆ ਸੁਮਾਤਰਾ, ਬਾਲੀ, ਇਹਨਾਂ ਤੋਂ ਹੁਣ ਤੁਹਾਨੂੰ ਦੁਨੀਆ ਸਭ ਤੋਂ ਵੱਧ ਪਾਪੂਲੇਸ਼ਨ ਵਾਲੇ ਟਾਪੂ ਦਿਖਾਉਣਾ, ਹੈ ਨਾ। ਚਲੋ ਅੱਗਾਂ ਤਾਂ ਛੋਟੇ ਛੋਟੇ ਆ ਗਏ, ਫਿਰ ਆਈਸਲੈਂਡ ਆ ਗਿਆ। ਸੋ ਪਹਿਲਿਆਂ 'ਚੋਂ ਪਹਿਲੇ ਨੰਬਰ 'ਤੇ ਗ੍ਰੀਨਲੈਂਡ ਆ, ਫਿਰ ਇਹ ਆ ਨਿਊ ਗੁਇਨੀਆ, ਤੇ ਇਹ ਹੈਗਾ ਆਸਟ੍ਰੇਲੀਆ ਦੇ ਕੋਲ। ਤੇ ਆ ਹੈਗਾ ਬੁਫਿਨੋ, ਇਹ ਆਪਣੇ ਕੈਨੇਡਾ 'ਚ ਆ, ਹੈ ਨਾ। ਸੋ ਕੈਨੇਡਾ ਦਾ ਵੀ ਸਭ ਤੋਂ ਵੱਡਾ ਟਾਪੂ ਆ ਇਹ। ਤੇ ਤੁਹਾਨੂੰ ਦਿਖਾਉਣਾ ਜੀ ਇੱਕ ਚੀਜ਼ ਭਈ, ਜਿਹੜੇ ਟਾਪੂ ਆ, ਇੱਕ ਗ੍ਰੇਟ ਬ੍ਰਿਟੇਨ ਆਪਾਂ ਕਈ ਵਾਰ ਸੁਣਦੇ, ਇੰਗਲੈਂਡ ਕਈ ਵਾਰ ਸੁਣਦੇ, ਯੂਨਾਈਟਿਡ ਕਿੰਗਡਮ ਕਈ ਵਾਰ ਕੁਛ ਸੁਣਦੇ, ਕਈ ਵਾਰ ਕੁਛ। ਉਹ ਵੈਸੇ ਅੱਗੇ ਵੀ ਦੱਸਿਆ ਸੀ, ਫੇਰ ਦੱਸ ਦਿੰਨੇ। ਪਹਿਲਾਂ ਆਹ ਦੇਖੋ ਜੀ, ਭਈ ਦੁਨੀਆ 'ਚ ਸਭ ਤੋਂ ਵੱਧ ਪਾਪੂਲੇਸ਼ਨ ਵਾਲੇ ਟਾਪੂ ਕਿਹੜੇ ਆ। ਸੋ ਪਹਿਲੇ ਨੰਬਰ 'ਤੇ ਇੰਡੋਨੇਸ਼ੀਆ ਵਾਲੇ ਦੋਏ ਟਾਪੂ ਆ, ਪਤੰਦਰ ਦੇ 14 ਕਰੋੜ 141 100 ਮਿਲੀਅਨ ਦਾ 10 ਕਰੋੜ 15 ਕਰੋੜ ਆਬਾਦੀ ਇੱਕੋ ਹੀ ਟਾਪੂ ਲਈ ਬੈਠਾ ਜਾਵਾ। ਸੋ ਪ੍ਰਤੀ ਸਕੁਅਰ ਕਿਲੋਮੀਟਰ ਇੱਥੇ ਦੇਖੋ, ਪ੍ਰਤੀ ਸਕੁਅਰ ਕਿਲੋਮੀਟਰ ਕਈ ਬਹੁਤ ਜ਼ਿਆਦਾ ਗਿਣਤੀ 'ਚ ਬੰਦੇ ਰਹਿੰਦੇ। ਇਹ ਆ ਜੀ ਟਾਪੂ ਦੁਨੀਆ ਦੇ ਸਭ ਤੋਂ ਵੱਧ ਬਸੋਂ ਵਾਲੇ, ਹੈ ਨਾ। ਸੋ ਇਹ ਦੇਖ ਸਕਦੇ ਆ। ਤੇ ਸ਼੍ਰੀਲੰਕਾ ਵੀ ਇੱਕ ਟਾਪੂ ਆ, ਗ੍ਰੇਟ ਬ੍ਰਿਟੇਨ ਵੀ ਟਾਪੂ ਹੀ ਆ ਇੱਕ ਕਿਸਮ ਦਾ, ਕਿਉਂਕਿ ਪਾਣੀ ਨਾ ਘਿਰੇ ਆਲੇ ਦੁਆਲੇ, ਹੈ ਨਾ। ਸੋ ਆ ਜਮੈਕਾ, ਜਿੱਥੇ ਦੇ ਹੁਸੇਨ ਬੋਲਟ ਹੁਣੀ, ਆਪਣੇ ਕ੍ਰਿਸ ਗੇਲ ਹੁਣੀ ਆ ਇੱਥੇ, ਹੈ ਨਾ। ਤੇ ਬਾਕੀ ਤੇ ਪਹਿਲੇ ਨੰਬਰ 'ਤੇ ਇੰਡੋਨੇਸ਼ੀਆ। ਤੇ ਆ ਜੀਲੈਂਡ, ਇਹ ਡੈਨਮਾਰਕ ਕੋ ਟਾਪੂ ਆ ਇੱਕ, ਹੈ ਨਾ। ਤੇ ਹੋਰ ਤੁਹਾਨੂੰ ਇੱਕ ਚੀਜ਼ ਦਿਖਾਉਣਾ। ਤੇ ਆਪਾਂ ਨੂੰ ਇੰਗਲੈਂਡ ਤੋਂ ਵੀ ਬਹੁਤ ਵੀਰ ਭਰਾ ਦੇਖਦੇ, ਉਹ ਥੋੜੀ ਐਂਡ 'ਚ ਤਸਵੀਰ ਦਿਖਾਉਣਾ ਆ। ਤੇ ਹੋਰ ਪਹਿਲਾਂ ਇੱਕ ਤਸਵੀਰ ਦਿਖਾਉਣੇ ਆ ਜੀ। ਤੇ ਇੱਕ ਆ ਤੁਸੀਂ ਦੱਸਿਓ, ਤੁਸੀਂ ਇਹਨਾਂ 'ਚੋਂ ਕਿਹੜੀ ਐਪ ਦੀ ਵਰਤੋਂ ਕਰਦੇ ਆ। ਸੋ ਡਾਟਾ ਨਿਕਲਦਾ ਹੁੰਦਾ, ਹੈ ਨਾ, ਸਾਰੀ ਦੁਨੀਆਦਾਰੀ ਦਾ ਵੀ ਕਿਹੜੀਆਂ ਐਪਾਂ ਸਭ ਤੋਂ ਵੱਧ ਵਰਤੋਂ ਹੁੰਦੀਆਂ। ਸੋ ਆਪਾਂ ਜੇ ਵੀਡੀਓ ਦੇਖਣ ਦੇ ਮਾਮਲੇ 'ਚ ਦੇਖੀਏ ਤਾਂ YouTube ਬਾਜ਼ੀ ਮਾਰਦਾ, ਉਹ ਤਾਂ ਸਭ ਨੂੰ ਹੀ ਪਤਾ ਵੀ ਸਾਰੀ ਦੁਨੀਆ YouTube ਮੋਸਟਲੀ ਦੇਖਦੀ ਆ। ਸੋ 48% ਲੋਕ YouTube ਤੇ ਵੀਡੀਓ ਦੇਖਦੇ ਆ, 16% TikTok ਤੇ ਫੇਸਬੁੱਕ ਨੇ ਵੀ ਵੀਡੀਓ ਚਲਾਈਆਂ, ਫੇਸਬੁੱਕ ਤੇ ਵੀ ਦਿਸਦੀਆਂ, ਫਿਰ ਇੰਸਟਾਗ੍ਰਾਮ, ਫਿਰ ਨੈਟਫਲਿਕਸ, ਫਿਰ ਅਦਰ। ਜੇ ਆਪਾਂ ਦੇਖਣਾ ਹੋਵੇ ਸੋਸ਼ਲ ਨੈਟਵਰਕਿੰਗ 'ਚ ਹੀ 'ਚ ਵੀ ਫੇਸਬੁੱਕ ਬਾਜੀ ਮਾਰ ਗਿਆ, ਇੰਸਟਾਗ੍ਰਾਮ ਵੀ ਫੇਸਬੁੱਕ ਦੇ ਕੋਲ ਆ, ਹੈ ਨਾ। ਜੇ ਵੈਬ ਤੇ ਕਿਹੜੀ ਸਰਚ ਹੁੰਦੀ ਆ, ਸੋ ਗੂਗਲ ਤੇ ਜ਼ਿਆਦਾ ਸਰਚਾਂ ਹੁੰਦੀਆਂ, ਹੈ ਨਾ। ਤੇ ਬਾਕੀ ਅਦਰ 'ਚ ਸਕਾਈਪ, ਲਾਈਨ, ਹੈ ਨਾ। ਤੁਸੀਂ ਕਿਹੜੀ ਐਪਲੀਕੇਸ਼ਨ ਦੀ
ਜ਼ਿਆਦਾ ਵਰਤੋਂ ਕਰਦੇ ਆ ਹਨਾ। ਦੱਸਿਓ ਮੜ ਜਾ। ਆਪਣਾ ਮੇਰਾ ਤਾਂ WhatsApp ਤੇ Facebook ਹੀ ਆ, ਹੋਰ ਤਾਂ ਘੱਟ ਹੀ ਚਲਾਉਣਾ ਮੈਂ ਹਨਾ। ਸੋ ਇਹ ਆ ਜੀ, ਤੁਸੀਂ ਵੀ ਆਪਣਾ ਦੱਸਿਓ ਕਿਹੜੀ ਐਪ ਦੀ ਤੁਸੀਂ ਦਿਨ 'ਚ ਜ਼ਿਆਦਾ ਵਰਤੋਂ ਕਰਦੇ ਹਨਾ। ਪਤਾ ਹੀ ਹੁੰਦਾ ਬੰਦੇ ਨੂੰ, ਬਾਕੀ ਫੋਨ ਤੇ ਵੀ ਆ ਜਾਂਦਾ ਹੁੰਦਾ ਕਿਹੜੀ ਐਪ ਦੀ ਦਿਨ 'ਚ ਜ਼ਿਆਦਾ ਵਰਤੋਂ ਕੀਤੀ ਗਈ ਆ। ਸੋ ਤਸਵੀਰਾਂ ਹੁਣ 2 ਬਾਹਲੀਆਂ ਘੈਂਟ ਰਹਿ ਗਈਆਂ ਤੇ ਤੁਹਾਨੂੰ ਦਿਖਾਉਣਾ, ਤੇ ਇੱਕ ਐਂਡ 'ਚ ਇੱਕ ਹੋਰ ਤੁਹਾਨੂੰ ਗੱਲ ਦੱਸਦੇ ਆ ਤੇ ਭਰਾਵੋ, ਤੇ ਆ ਜਾਓ। ਤੇ ਦੁਨੀਆ ਪਰੇ ਤੋਂ ਪਰੇ, ਲੋਕ ਖਰੇ ਤੋਂ ਖਰੇ। ਇਜਿਪਟ ਦੇ ਇੱਕ ਬੰਦੇ ਨੇ ਬਾਈ ਜੀ ਰੋਬੋਟ ਬਣਾਇਆ ਹਨਾ। ਨਵੀਂ ਨਹੀਂ ਹੁੰਦੀ, ਨਵੀਂ ਆਪਾਂ ਕਹਿੰਦੇ ਨਵੀਂ ਆ ਜੀ, ਅੱਜ ਨਵੀਂ ਆ, ਹਵਾ 'ਚ ਨਵੀਂ ਹੁੰਦੀ, ਤਰੇਲ ਪਈ ਉਹ ਹੁੰਦੀ ਜਿਹੜੀ ਸਵੇਰ ਨੂੰ ਘਾਹ ਤੇ। ਸੋ ਇਹ ਬੰਦੇ ਨੇ ਇਜਿਪਟ 'ਚ, ਕਿਉਂਕਿ ਉੱਥੇ ਰੇਤਾ ਹੀ ਰੇਤਾ ਆਲੇ ਦੁਆਲੇ, ਉਸਨੇ ਰੋਬੋਟ ਬਣਾਇਆ। $200 ਲੱਗਿਆ ਇਸ ਬੰਦੇ ਦਾ। ਸੋ ਜਿਹੜੀ ਨਵੀਂ ਹੁੰਦੀ, ਜਿਹੜੀ ਤਰੇਲ ਸਵੇਰ ਨੂੰ ਘਾਹ ਤੇ ਪਈ ਉਹ ਹੁੰਦੀ ਹੈ ਹਨਾ। ਸੋ ਉਹ ਤਾਂ ਹਰ ਵੇਲੇ ਹੀ ਹੁੰਦੀ ਆ ਹਵਾ 'ਚ। ਸੋ ਇਸ ਨੇ ਇੱਕ ਰੋਬੋਟ ਬਣਾਇਆ ਜਿਹੜਾ ਕਿ ਨਵੀਂ ਤੋਂ ਪਾਣੀ ਬਣਾ ਦਿੰਦਾ ਵਾ, ਐਨ ਪਿਓਰ, ਜਿਹੜਾ ਪਾਣੀ ਆਪਾਂ ਟੂਟੀਆਂ ਤੋਂ, ਘਰਾਂ, ਨਲਕਿਆਂ ਤੋਂ ਪੀਂਦੇ, ਉਹ ਵਾਲਾ ਪਾਣੀ। ਤੇ ਖਰਚਾ ਇਹਦਾ $200-300 ਹੀ ਆਇਆ। ਸੋ ਕਹਿਣ ਦਾ ਭਾਵ ਹੈ ਦਿਮਾਗ ਦੀਆਂ ਗੱਲਾਂ ਹੀ ਆ ਬਾਈ ਜੀ ਹਨਾ। ਸੋ ਦੁਨੀਆ ਪਰੇ ਤੋਂ ਪਰੇ ਆ, ਲੋਕ ਖਰੇ ਤੋਂ ਖਰੇ ਆ ਜੀ। ਇਹਨੇ ਬਣਾਇਆ ਇਸ ਨੇ ਰੋਬੋਟ। ਸੋ ਜਿਹੜਾ ਹਵਾ 'ਚ ਸਾਰਾ ਪਾਣੀ ਜਿਹਾ ਉਹਨੂੰ ਸੋਖ ਕੇ ਉਹਦਾ ਐਨ ਕਲੀਅਰ ਕਲੀਨ ਵਧੀਆ ਪਾਣੀ ਬਣਾ ਦਿੰਦਾ। ਸੋ ਮਤਲਬ ਕਹਿੰਦਾ ਭਾਵ, ਤੁਸੀਂ ਕਦੀ ਕਿਤੇ ਉਜਾੜ 'ਚ ਗਏ ਆ ਜਾਂ ਕਿਤੇ ਗਏ ਆ, ਜੋ ਵੀ ਆ ਰੇਗਿਸਤਾਨ 'ਚ ਆ, ਹੁਣ ਇੱਥੇ ਕਿਤੇ ਪਾਣੀ ਲੱਭੂ? ਹਵਾ 'ਚ ਤਾਂ ਪਾਣੀ ਹੈਗਾ ਹੀ ਆ। ਸੋ ਇਸਨੇ ਹਵਾ 'ਚੋਂ ਸਾਰਾ ਆਲੇ ਦੁਆਲੇ ਪਾਣੀ ਇਕੱਠਾ ਕਰਕੇ ਪੀਣ ਯੋਗ ਤੁਹਾਨੂੰ ਕਰ ਦੇਣਾ ਆ। ਸੋ ਖਰਚਾ ਇਹਦਾ $200 ਹੀ ਆਇਆ ਸੀ। ਤੇ ਆਹ ਦਿਖਾਉਂਦੇ ਆ ਜੀ, ਆਪਾਂ ਨੂੰ ਇੰਗਲੈਂਡ ਤੋਂ ਬਹੁਤ ਦੇਖਦੇ ਆ। ਹੁਣ ਜਿਹੜਾ ਇੰਗਲੈਂਡ, ਉਹਨੂੰ ਕਦੀ ਕਹਿੰਦੇ ਆ ਇੰਗਲੈਂਡ, ਕਦੀ ਯੂਨਾਈਟਿਡ ਕਿੰਗਡਮ, ਕਦੀ ਗ੍ਰੇਟ ਬ੍ਰਿਟੇਨ ਹਨਾ। ਸੋ ਇਹ ਦੇਖੋ ਜੀ, ਇਹ ਤਾਂ ਇੰਗਲੈਂਡ ਹੋ ਗਿਆ, ਵੇਲਸ, ਸਕਾਟਲੈਂਡ। ਸੋ ਇੰਗਲੈਂਡ ਜਦੋਂ ਕਹਿਣਾ ਹੋਵੇ ਫਿਰ ਇਕੱਲਾ ਹੀ ਆ। ਜਦੋਂ ਗ੍ਰੇਟ ਬ੍ਰਿਟੇਨ ਕਹਿ ਦਿੰਦੇ ਆ ਸਾਰਿਆਂ ਨੂੰ, ਫਿਰ ਲਪੇਟੇ 'ਚ ਲੈ ਲਓ ਹਨਾ। ਸੋ ਇੱਧਰ ਆਇਰਲੈਂਡ ਆ, ਆਇਰਲੈਂਡ ਵੀ 2 ਆ, ਰਿਪਬਲਿਕ ਆਫ ਆਇਰਲੈਂਡ ਤੇ ਨਾਰਥ ਆਇਰਲੈਂਡ ਹਨਾ। ਸੋ ਇਹ ਗ੍ਰੇਟ ਬ੍ਰਿਟੇਨ ਹੋ ਗਿਆ ਸਾਰਾ ਹੀ ਹਨਾ। ਆਹ ਦੇਖੋ, ਇਹ ਟਾਪੂ ਹੀ ਆ, ਆਲੇ ਦੁਆਲੇ ਪਾਣੀ ਆ। ਸੋ ਇਹ ਗ੍ਰੇਟ ਬ੍ਰਿਟੇਨ ਹੋ ਗਿਆ। ਤੇ ਅੱਜ ਜਦੋਂ ਫਿਰ ਆਪਾਂ ਸਾਰੇ ਹੀ ਸਕਾਟਲੈਂਡ, ਸਾਰੇ ਕੁਝ ਮਿਕਸ ਕਰਨਾ ਹੁੰਦਾ ਹਨਾ। ਸੋ ਇਹ ਹਿਸਾਬ ਕਿਤਾਬ ਆ। ਤੇ ਇੱਥੋਂ ਵੀ ਬਹੁਤ ਦੇਖਦੇ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਕਲਿੱਕ ਕਰ ਦਿਆ ਕਰੋ, ਬਸ ਇੱਕੋ ਰਿਕੁਐਸਟ ਆ। ਤੇ ਤਸਵੀਰਾਂ ਰਹਿ ਗਈਆਂ 2 ਆਹ ਤੁਹਾਨੂੰ ਦਿਖਾਉਣੇ ਜੀ ਦੁਨੀਆ ਦੀਆਂ ਸਭ ਤੋਂ ਅਮੀਰ ਕੰਪਨੀਆਂ। ਸੋ ਪਹਿਲੇ ਨੰਬਰ ਤੇ ਤਾਂ ਮਿੱਤਰੋ ਐਪਲ ਹੀ ਆ। ਇੱਕ ਗੱਲ ਨੋਟ ਕਰਿਓ ਵੀ ਦੁਨੀਆ 'ਚ 200 ਦੇ ਕਰੀਬ ਦੇਸ਼ ਆ, ਵੀ ਸਾਰੀਆਂ ਅਮੀਰਾਂ 'ਚੋਂ ਅਮਰੀਕਾ ਹੀ ਇਕੱਲਾ। ਯਾਰ ਹੱਦ ਆ, ਅਮਰੀਕਾ ਦੀਆਂ ਹੀ ਆ ਸਾਰੀਆਂ ਕੰਪਨੀਆਂ ਅਮੀਰਾਂ 'ਚ। ਦੇਖ ਲਓ, ਐਪਲ, ਮਾਈਕਰੋਸਾਫਟ ਆ, ਇੱਕੋ ਹੀ ਕੰਪਨੀ ਆ ਸਾਊਦੀ ਅਰਬ ਦੀ, ਸਾਊਦੀ ਅਰਮਕੋ ਹਨਾ, ਤੇਲ ਕਰਕੇ ਉਹ ਵੀ। ਤੇ ਅਲਫਾਬੈਟ ਜਿਨ੍ਹਾਂ ਦੀ ਗੂਗਲ ਆ, ਐਮਾਜ਼ੋਨ ਵੀ ਪਤਾ, ਫੇਸਬੁੱਕ, ਟੈਸਲਾ। ਤੇ ਆਹ ਕੰਪਨੀ ਕਿਹੜੀ, ਇਹਦੇ ਬਾਰੇ ਤੁਹਾਨੂੰ ਇੱਕ ਗੱਲ ਦੱਸਦਾ ਮੈਂ। ਤੇ ਆ TCMC ਤੇ ਆ 10 ਸੈਂਟ ਦੇ ਕੋਲ ਟਿਕਟੋਕ ਆ। ਆਪਾਂ ਨੱਚ ਟਿਕਟੋਕ ਦੇ ਵੀਡੀਓ ਪਾਈ ਜਾਂਦੇ, ਇਹ ਉੱਤਰੋਂ ਕਮਾਈ ਕਰੀ ਜਾਂਦੇ ਆ। 10 ਸੈਂਟ ਕੋ ਟਿਕਟੋਕ ਵੀ ਆ ਹਨਾ। ਸੋ ਇਹ ਆ ਦੁਨੀਆ ਦੀਆਂ ਸਭ ਤੋਂ ਅਮੀਰ ਕੰਪਨੀਆਂ। ਐਪਲ 2.5 ਟ੍ਰਿਲੀਅਨ ਤੋਂ ਜ਼ਿਆਦਾ। ਸੋ ਕਈ ਮਤਲਬ 40-50-100 ਦੇਸ਼ਾਂ ਦੇ ਕਰੀਬ ਉਹਨਾਂ ਦੀ GDP ਤੋਂ ਜ਼ਿਆਦਾ ਤਾਂ ਇਕੱਲੇ ਐਪਲ ਵਾਲੇ ਹੀ ਪਤੰਦਰ ਦੇ ਸਾਂਭੀ ਬੈਠੇ। ਜਿਹੜੀ ਇੱਕ ਕੰਪਨੀ ਦਿਖਾਈ ਤੁਹਾਨੂੰ ਦਿਖਾਉਣਾ, ਤੇ ਸੱਚ ਇੱਕ ਤਸਵੀਰ ਤਾਂ ਰਹਿ ਹੀ ਗਈ। ਅੱਜ ਦੇ ਦਿਨ ਇਰਾਕ ਤਾਂ ਇਰਾਨ ਦੀ ਲੜਾਈ ਕਰਾਈ ਗਈ ਸੀ, ਉਹਦਾ ਤੱਥ ਤਾਂ ਰਹਿ ਹੀ ਗਿਆ, ਉਹ ਵੀ ਦਿਖਾਉਣੇ ਆ। ਤੇ ਆਹ ਦੇਖੋ ਜੀ, ਆਹ ਜਿਹੜੀ ਕੰਪਨੀ ਆ, ਇਹਦੇ ਬਾਰੇ ਦੱਸਣ ਲੱਗਾ। ਤੇ ਇਹਦਾ ਜਿਹੜਾ ਓਨਰ ਆ ਵਾਰੇਨ ਬਫੇਟ, ਇਹ ਬੰਦਾ, ਇਹਨੇ ਜ਼ਿੰਦਗੀ 'ਚ ਅੱਜ ਤਾਈਂ ਕੋਈ ਕੰਮ ਹੀ ਨਹੀਂ ਕੀਤਾ। ਤੇ ਦੁਨੀਆ ਦੇ ਪਹਿਲੇ 5-7 ਅਮੀਰਾਂ 'ਚ ਰਿਹਾ ਬਾਈ ਜੀ। ਇਹ ਕਹਿੰਦਾ, ਇਹ ਮਤਲਬ ਭਈ ਆਪਣਾ ਮੈਕਡੋਨਲਡ ਤੋਂ 버ਗਰ ਖਾਂਦਾ ਹੁੰਦਾ ਰੁਪਈਏ ਦਾ ਹਨਾ, ਜਿੱਦਣ ਸਸਤਾ ਹੋਵੇ ਉਦਣ ਖਾਂਦਾ। ਵੀ ਕਹਿੰਦਾ ਪਾਪ ਦੁਨੀਆ ਦੇ 5 ਅਮੀਰਾਂ 'ਚ, ਪਹਿਲੇ 5-7 'ਚ। ਤੇ ਇਹਨੇ ਦਾਨ ਬਹੁਤ ਦਿੱਤੇ। ਇਹ ਬੰਦੇ ਨੂੰ ਆਪਾਂ ਕੰਜੂਸ ਨਹੀਂ ਕਹਿ ਸਕਦੇ। ਇਹਦੇ ਬਾਰੇ ਪੜ੍ਹਿਓ ਹਨਾ। ਇਹਨੇ 11-12 ਸਾਲ ਦੀ ਉਮਰ 'ਚ ਇਨਵੈਸਟਮੈਂਟ ਸ਼ੁਰੂ ਕਰਤੀ ਸੀਗੀ। ਤੇ ਦੁਨੀਆ ਦੇ ਪਹਿਲੇ ਅਮੀਰਾਂ 'ਚ ਸ਼ੁਰੂ ਤੋਂ ਚੱਲਿਆ ਆਉਂਦਾ। ਅੱਜ ਤਾਈਂ ਇਹਨੇ ਹੱਥੀਂ ਕੋਈ ਕੰਮ ਨਹੀਂ ਕੀਤਾ ਹਨਾ। ਜ਼ਿੰਦਗੀ ਵੀ ਇਹਦੀ ਸਿੰਪਲ ਜੀ ਹਨਾ। ਉਹੀ ਗੱਲ ਹੈ, ਜਿਹਨਾਂ ਕੋਲ ਪੈਸਾ ਹੁੰਦਾ ਉਹਦਾ ਫੁਗਰੀ ਮਾਰਦੇ ਨੇ, ਜਿਹਨਾਂ ਕੋਲ ਨਹੀਂ ਹੁੰਦਾ ਉਹੀ ਦਿਖਾਉਂਦੇ ਸਾਡੇ ਕੋਲ ਬੈਲਟ ਆ, ਬੂਟ ਆ, ਸਾਡੇ ਕੋਲ ਘੜੀ ਆ, ਟਾਈ ਆ ਹਨਾ। ਇਹ ਬੰਦੇ ਬਾਰੇ ਜ਼ਰੂਰ ਪੜ੍ਹਿਓ ਤੇ ਨਿਆਣਿਆਂ ਨੂੰ ਪੜ੍ਹਾਇਓ। ਤੇ ਇਹਦੀ ਜਿਹੜੀ ਕੰਪਨੀ ਦਾ ਮੈਂ ਦੱਸ ਕੇ ਹਟਿਆ, ਇਹ ਗਾਂ ਦੀ ਗਾਂ ਪੈਸੇ ਇਨਵੈਸਟ ਕਰਦੇ ਆ ਬਸ। ਐਪਲ 'ਚ ਵੀ ਇਹਦੇ ਪੈਸੇ ਇਨਵੈਸਟ ਆ ਹਨਾ, ਕੋਕ 'ਚ ਵੀ, ਆ ਜੋ ਵੀ ਜਿੰਨੀਆਂ ਵੀ ਕੰਪਨੀਆਂ ਦੇ ਨਾਂ ਲਿਖੇ ਹੋ ਆ, ਵੀਜ਼ਾ ਹਨਾ, ਯੂਨਾਈਟਿਡ ਏਅਰਲਾਈਨ, ਸਾਰੀਆਂ ਚੀਜ਼ਾਂ ਪੈਸਾ ਇਨਵੈਸਟ ਆ। ਸੋ 11 ਸਾਲ ਦੀ ਉਮਰ 'ਚ ਇਹਨੇ ਇਨਵੈਸਟਮੈਂਟ ਕਰ ਲਈ ਸੀ ਆਪਣੀ ਜ਼ਿੰਦਗੀ ਦੀ ਪਹਿਲੀ। ਕਿਤਾਬਾਂ ਤੋਂ ਪੜ੍ਹ ਕੇ ਗਾਂ ਸਿੱਖ ਕੇ ਹੀ ਇਹ ਬੰਦੇ ਨੇ ਬਾਈ ਜੀ ਹੱਥੀਂ ਕੋਈ ਕੰਮ ਨਹੀਂ ਕੀਤਾ, ਦਿਮਾਗ ਨਾਲ ਹੀ। ਇਹਨੂੰ ਮੈਂ ਕੰਜੂਸ ਨਹੀਂ ਮੰਨਦਾ ਹਨਾ। ਇਹਦਾ ਕਈ ਵਾਰ ਪੜ੍ਹਿਆ, ਇਹ ਕਹਿੰਦਾ ਜਿੱਦਣ ਭਈ ਆਪਣਾ 버ਗਰ ਥੋੜ੍ਹਾ ਸਸਤਾ ਹੋਵੇ ਉਦਣ ਖਾ ਲਈਦਾ, ਜਿੱਦਣ ਮਹਿੰਗਾ ਹੋਵੇ ਰਹਿਣ ਦੇਈਦਾ। ਭਈ $1-ਅੱਧਾ ਹੀ ਭਈ ਉਹ ਕੰਜੂਸ ਨਹੀਂ। ਪਰ ਇਹ ਬੰਦੇ ਨੇ ਜੇ ਡੋਨੇਸ਼ਨ ਨਾ ਕੀਤੀ ਹੁੰਦੀ, ਹੁਣ ਨੂੰ ਇਹ ਦੁਨੀਆ ਦੇ ਪਹਿਲੇ ਨੰਬਰ 'ਤੇ ਹੀ ਹੋਣਾ ਸੀ ਸਦਾ ਲਈ ਹਨਾ। ਸੋ ਪਿਛਲੇ ਕਈ ਸਾਲਾਂ ਤੋਂ। ਪਰ ਇਹਨੇ ਡੋਨੇਸ਼ਨ ਬਹੁਤ ਕੀਤੀ ਉਹ ਆ ਹਨਾ।
ਸੋ ਇਹ ਬੰਦੇ ਬਾਰੇ ਜ਼ਰੂਰ ਪੜ੍ਹਿਓ ਹੈ ਨਾ। ਤੇ ਇਹਨੇ ਹੱਥੀਂ ਕੋਈ ਕੰਮ ਨਹੀਂ ਕੀਤਾ, ਦਿਮਾਗ ਨਾਲ ਹੀ ਦੁਨੀਆ ਦੇ ਪਹਿਲੇ 5-7 ਅਮੀਰਾਂ 'ਚ। ਤੇ ਲਾਈਫ ਸਟਾਈਲ ਵੀ ਬਾਈ ਜੀ ਰਾਜ ਤੁਰਿਆ ਜਾਂਦਾ ਮਿਲ ਜਾਣਾ, ਤੁਸੀਂ ਕਹਣਾ ਅੱਛਾ ਇਹ ਬੰਦਾ ਸੀ। ਸੋ ਭਰਾਵੋ ਸਿੱਧੀ ਜੀ ਗੱਲ ਆ, ਜਿਨ੍ਹਾਂ ਕੋਲ ਪੈਸਾ ਆ ਉਹ ਸਿੰਪਲ ਹੀ ਆ ਜ਼ਿਆਦਾ, ਜਿਨ੍ਹਾਂ ਕੋਲ ਨਹੀਂ ਹੈਗਾ ਫੁਗਰੀਆਂ ਮਾਰੀ ਜਾਂਦੇ ਆ। ਤੇ ਬਾਈ ਜੇ ਮਾਰਨੀ ਆ ਤਾਂ ਫਿਰ ਚੱਜ ਨਾਲ ਫੁਗਰੀ ਮਾਰੋ, ਫਿਰ ਬੈਸਟ ਜੈਟ ਦੀ ਬਿਜ਼ਨਸ ਕਲਾਸ 'ਚ ਬਹਿ ਕੇ ਜਾਓ। ਜਾਣਾ ਤੁਸੀਂ ਸਾਡੇ ਵਾਂਗੂ ਫਲਾਇਰ ਜਾਂ ਸਵੂਪ 'ਚ ਆ, ਤੇ ਮਾਰਦੇ ਆ ਗੱਲਾਂ ਵੀ ਸਾਡੇ ਵਰਗਾ ਕੋਈ ਹੈ ਹੀ ਨਹੀਂਗਾ, ਹੈ ਨਾ। ਜੇ ਕੋਈ ਪੈਸਾ ਹੁੰਦਾ ਉਹ ਫਿਰ ਸਾਡੇ ਵਾਂਗੂ ਫਲਾਇਰ ਜਾਂ ਸਵੂਪ 'ਚ ਥੋੜ੍ਹਾ ਜਾਂਦਾ, ਉਹ ਫਿਰ ਬੈਸਟ ਜੈਟ ਦੀ ਫਸਟ ਕਲਾਸ 'ਚ ਜਾਂਦਾ। ਤੇ ਬਾਈ ਜੀ ਤੇ ਫੋਟੋ ਰਹਿ ਗਈ ਇੱਕ। ਬਾਈ ਜੀ ਬੰਦੇ ਨਹੀਂ ਮਿਲਦੇ ਪਏ ਯਾਰ, ਇੱਥੇ ਬਹੁਤ ਬੰਦੇ ਚਾਹੀਦੇ ਆ। ਕੱਲ ਮੈਨੂੰ ਇੱਕ ਕਿਸੇ ਬਾਈ ਕਹਿੰਦਾ ਤੇਰਾ ਬਾਈ ਕਿਤੇ ਮੈਸੇਜ ਲਿਆ, ਕਹਿੰਦਾ ਯਾਰ ਬੰਦੇ ਚਾਹੀਦੇ ਕੰਸਟਰਕਸ਼ਨ ਤੇ ਲੇਬਰ ਲਈ $20 ਤੋਂ $30 ਹੈ ਨਾ, ਡੈਮੋ ਲੇਬਰ ਲਈ 4 ਬੰਦੇ ਚਾਹੀਦੇ ਆ। 778 ਇੱਥੇ ਦਾ ਕੋਡ ਆ। ਚੱਲ ਬਾਈ ਦਾ ਨੰਬਰ ਤਾਂ ਕੀ ਦਿਖਾਉਣਾ। ਉੱਦਾਂ ਵੀ ਜਿਹੜੇ ਮੇਰੇ ਨੋਨ ਆ ਬੜਿਆਂ ਨੇ ਕਿਹਾ ਰੱਖਿਆ ਵੀ ਭਰਾਵਾ ਬੰਦੇ ਲੱਭਦੇ, ਮੈਂ ਕਿਹਾ ਬੰਦੇ ਮਿਲਦੇ ਨਹੀਂ, ਹੁਣ ਕੀ ਕਰੀਏ ਯਾਰ। ਸੱਚੀ ਗੱਲ ਆ, ਬੰਦੇ ਆਏ ਨਹੀਂ, ਟੂਰਿਸਟ ਨਹੀਂ ਆਏ। ਤੇ ਸੱਚ ਆਪਣੇ ਸਿੱਧੀ ਫਲਾਈਟ ਸ਼ੁਰੂ ਹੋਣ ਲੱਗੀ ਸ਼ਾਇਦ 26 ਤੋਂ, ਹੈ ਨਾ, ਆਪਣੀ ਦਿੱਲੀ ਤੋਂ ਸਿੱਧੀ ਕੈਨੇਡਾ, ਹੈ ਨਾ। ਸੋ ਬੰਦੇ ਬਹੁਤ ਚਾਹੀਦੇ ਆ ਯਾਰ, ਬੰਦੇ ਨਹੀਂ ਮਿਲਦੇ ਪਏ। ਜੇ ਕਿਸੇ ਨੂੰ ਕੰਮ ਚਾਹੀਦਾ ਇੱਧਰ ਏਰੀਏ 'ਚ ਦੱਸੋ ਮੈਨੂੰ, ਕੱਲ੍ਹ ਨੂੰ ਹੀ ਤੁਹਾਨੂੰ ਚਾੜ ਦਿੰਦੇ ਆ। ਬੰਦੇ ਬਹੁਤ ਘਾਟ ਮਹਿਸੂਸ ਹੋ ਰਹੀ। ਆਹ ਫੋਟੋ ਤਾਂ ਰਹਿ ਗਈ, ਸ਼ੁਰੂ 'ਚ ਦੱਸਣੀ ਸੀਗੀ। ਅੱਜ ਦੇ ਦਿਨ ਇਰਾਨ ਤੇ ਇਰਾਕ ਦੀ ਲੜਾਈ ਕਰਾਈ ਗਈ ਸੀ, ਜਿਹੜੀ ਕਿ ਕਈ ਸਾਲ ਤੱਕ ਚੱਲੀ ਸੀ। ਤੁਸੀਂ ਇਹ ਨੋਟ ਕਰੋ ਇਰਾਨ ਵਾਲੀ ਸਾਈਡ ਕੌਣ ਕੌਣ ਸੀ। ਇਰਾਨ ਜਿਹੜਾ ਕਿ ਦੁਨੀਆ ਦਾ ਸਭ ਤੋਂ ਵੱਧ ਸ਼ੀਆ ਮੁਸਲਿਮ ਦੀ ਗਿਣਤੀ ਵਾਲਾ ਦੇਸ਼ ਆ, ਹੈ ਨਾ। ਸ਼ੀਆ ਸੁੰਨੀ ਸਭ ਨੂੰ ਪਤਾ ਹੀ ਆ। ਸੋ ਇਰਾਨ ਵਾਲੇ ਪਾਸੇ ਦੇਖੋ, ਇਰਾਨ ਵਾਲੇ ਪਾਸੇ ਚੀਨ, ਇਜ਼ਰਾਈਲ, ਲੀਬੀਆ, ਨਾਰਥ ਕੋਰੀਆ, ਪਾਕਿਸਤਾਨ, ਸਾਊਥ ਯਮਨ, ਸੀਰੀਆ। ਇੱਧਰ ਵੀ ਚੀਨ ਹੀ ਸੀ। ਚੀਨ ਵਾਲੇ ਇਰਾਨ ਦੇ ਨਾਲ ਵੀ ਸੀਗੇ, ਇਰਾਕ ਦੇ ਨਾਲ ਵੀ ਸੀਗੇ। ਇੱਧਰ ਫਿਰ ਜਰਮਨੀ, ਕਿਉਂਕਿ ਉਸ ਵੇਲੇ ਜਰਮਨੀ 2 ਸੀ ਨਾ, ਈਸਟ ਵੈਸਟ, ਫਰਾਂਸ, ਕੁਵੈਤ, ਸਾਊਦੀ, ਸੋਵੀਅਤ ਯੂਨੀਅਨ, ਇੰਗਲੈਂਡ, ਅਮਰੀਕਾ, ਵੈਸਟ ਜਰਮਨੀ ਆਦੇ ਈਸਟ ਤੇ ਵੈਸਟ ਇੱਧਰ ਹੀ। ਸੋ ਕਹਿਣ ਦਾ ਭਾਵ ਆ ਭਰਾਵੋ, ਜਿਹੜਾ ਅਮਰੀਕਾ ਆ ਇਹਦਾ ਸ਼ੁਰੂ ਤੋਂ ਇਤਿਹਾਸ ਹੀ ਰਿਹਾ ਵੀ ਗਰਾਊਂਡ ਕਿਸੇ ਹੋਰ ਦੇਸ਼ ਦੀ, ਤੇ ਹਥਿਆਰ ਆਪਣੇ ਵਿੱਚ ਹੀ। ਚਲੋ ਇਹਨਾਂ ਦੀ ਲੜਾਈ ਬਿਨਾਂ ਗੱਲੋਂ ਹੀ ਕਰਾ ਦਿੱਤੀ ਸੀ, ਹੈ ਨਾ। ਸਦਾਮ ਹੁਸੈਨ ਤੇ ਇੱਧਰ ਆਇਤੁੱਲਾ ਖਮੈਨੀ ਸੀ ਆਪਣਾ, ਹੈ ਨਾ। ਤੇ ਮਤਲਬ 8-10 ਸਾਲ ਉੱਦਾਂ ਹੀ ਲੜਾਈ ਰੱਖੇ ਬਿਨਾਂ ਗੱਲੋਂ ਹੀ, ਕੁਛ ਕੱਢਣ ਪਾਉਣ ਨੂੰ ਵੀ ਹੈ ਨਹੀਂ ਸੀ ਵੀ ਬਾਈ ਕੁਛ ਹੈ ਬਈ, ਹਾਂ ਬਾਈ ਕੋਈ ਬਸ ਐਵੇਂ ਹੀ ਲੜਾ ਤੇ ਚਲੋ ਲੜੋ। ਤੇ ਉਹ ਉਹਨਾਂ ਨੂੰ ਹਥਿਆਰ ਦੇਈ ਗਏ, ਉਹ ਉਹਨਾਂ ਨੂੰ ਹਥਿਆਰ ਦੇ ਗਏ। ਇੱਧਰ ਚੀਨ ਵਾਲੇ ਆਪਣਾ ਸਮਾਨ ਵੇਚੀ ਗਏ, ਇਜ਼ਰਾਈਲ ਵਾਲੇ ਉੱਧਰ ਉਹ ਵੇਚੀ ਗਏ। ਬਾਈ ਹੁਣ ਵੀ ਦੇਖ ਲਿਓ ਕਿਤੇ ਨਾ ਕਿਤੇ ਨਹੀਂ ਕਰਾਈ ਦੇਣੀ ਆ, ਹੈ ਨਾ। ਕਦੀ ਵੈਨਜ਼ੂਏਲਾ, ਕਦੀ ਸੀਰੀਆ, ਹੁਣ ਅਫਗਾਨਿਸਤਾਨ ਤੋਂ ਬਾਅਦ ਹੁਣ ਨਵਾਂ ਦੇਸ਼ ਲੱਭਦੇ ਫਿਰਦੇ ਆ ਵੀ ਸਿਆਪਾ ਪੁਆੜਾ ਆਪਾਂ ਕਿੱਥੇ ਪਾਈਏ, ਹੈ ਨਾ। ਸੋ ਇਹ ਪੈ ਜਾਣਾ। ਤੇ ਤੁਹਾਨੂੰ ਇੱਕ ਚੀਜ਼ ਦਿਖਾਉਣਾ ਹੁਣ ਮੈਂ, ਪਤਾ ਕੀ ਕਰਦੇ ਆਪਣੇ ਲੋਕ ਜਿਹੜੇ ਮੋਸਟਲੀ ਭਰਾਵੋ, ਮੈਂ ਤਾਂ ਕਈਆਂ ਨੂੰ ਜਾਣਦਾ ਆ, ਧਾਰਮਿਕ ਨਾਂ ਰੱਖ ਕੇ ਜਾਂ ਕੁੜੀਆਂ ਦੇ ਨਾਂ ਰੱਖ ਕੇ ਜਾਂ ਆਮ ਆਦਮੀ ਦੇ ਨਾਂ 'ਤੇ ਪੇਜ ਬਣਾ ਕੇ ਲਾਈਕ ਲੈ ਕੇ ਬਾਅਦ 'ਚ ਆਪਣਾ ਨਾਂ ਰੱਖ ਲੈਂਦੇ। ਬਥੇਰੇ ਲੋਕ ਇੱਦਾਂ ਦੇ ਆਪਾਂ ਜਾਣਦੇ ਆ। ਸੋ ਬਾਈ ਜੀ ਆਹ ਜਿੱਤੋਂ ਮੈਂ ਲਾਈਵ ਆ, ਇਹਦਾ ਨਾਂ ਤੁਸੀਂ ਨੋਟਿਸ ਕੀਤਾ ਹੋਣਾ, ਇੰਦੀ ਜਸਵਾਲ ਕਰਤਾ ਆਪਾਂ, ਹੈ ਨਾ। ਆ ਦੇਖੋ ਸਤੰਬਰ 22 ਨੂੰ ਇੰਦੀ ਜਸਵਾਲ ਹੋ ਗਿਆ ਆ, ਇਹਦਾ ਨਾਂ 22 ਹੋ ਗਿਆ, ਇੰਦੀ ਆਈ ਨਹੀਂ। ਇਹ ਪੇਜ ਕ੍ਰੀਏਟ ਕੀਤਾ ਸੀਗਾ ਇੰਦੀ ਜਸਵਾਲ ਦੇ ਨਾਂ 'ਤੇ, ਕਿਉਂਕਿ ਇੰਦੀ ਜਸਵਾਲ ਇੱਕ ਹੋਰ ਸੀ। ਫਿਰ ਇਹਦਾ ਨਾਂ ਮੈਂ ਇੰਦੀ ਕੀਤਾ। ਫਿਰ ਮੈਂ ਕਿਹਾ ਚਲੋ ਰੇਡੀਓ ਖੋਲ੍ਹਿਆ, ਇੰਦੀ ਰੇਡੀਓ ਕਰਤਾ, ਹੈ ਨਾ। ਫਿਰ ਇੰਦੀ ਰੇਡੀਓ ਜਸਵਾਲ ਕਰਤਾ, ਤੇ ਇੰਦੀ ਜਸਵਾਲ ਹੁਣ ਇਸ ਦਾ ਨਾਂ ਆ। ਤੁਹਾਨੂੰ ਇੱਕ ਚੀਜ਼ ਦਿਖਾਉਣਾ, ਹੈ ਨਾ। ਸੋ ਆਪਾਂ ਕੋਈ ਲੁਕੋ ਨਹੀਂ ਰੱਖੀ ਦਾ ਬਾਈ, ਆਪਾਂ ਕਿਸੇ ਕੁੜੀ ਦੇ ਨਾਂ 'ਤੇ ਨਹੀਂ ਪੇਜ ਬਣਾਇਆ, ਧਾਰਮਿਕ ਨਹੀਂ ਕੋਈ ਨਾਂ ਰੱਖਿਆ, ਕੋਈ ਪਾਰਟੀ ਦੇ ਨਾਂ 'ਤੇ ਨਹੀਂ ਬਣਾਇਆ, ਹੈ ਨਾ। ਆਪਣੇ ਨਾਂ 'ਤੇ ਹੀ ਸਾਰਾ ਕੁਛ ਕੀਤਾ। ਸੋ ਇੰਦੀ ਰੇਡੀਓ ਮੈਂ ਖੋਲ੍ਹਿਆ ਸੀ, ਮੈਂ ਕਿਹਾ ਚਲੋ ਇੰਦੀ ਰੇਡੀਓ ਲਈ ਵੀ ਪੇਜ ਚਾਹੀਦਾ। ਪਰ ਜਿਹੜਾ ਮੇਰਾ ਦੂਜਾ ਅਸਲੀ ਪੇਜ ਸੀਗਾ, ਉਹ ਹੁਣ ਜਦੋਂ ਮੋਦੀ ਵਿਰੁੱਧ ਰੌਲਾ ਪਾਈ ਜਾਣਾ ਇਹ ਵਾਲਾ, ਉਹਨੇ ਬੈਨ ਕਰਤਾ ਸੀ, ਹੈ ਨਾ। ਚਲੋ ਪੇਜ ਇਹ ਅਜੇ ਵੀ ਹੈਗਾ, ਪਰ ਇਹ ਮਤਲਬ ਇੱਕ ਕਿਸਮ ਨਾਲ ਖਤਮ ਹੀ ਆ, ਹੈ ਨਾ। ਸੋ ਇਹ ਪੇਜ ਦੇ ਫੋਲੋਅਰ ਮੇਰੇ 13 ਲੱਖ ਫੋਲੋਅਰ ਹੋ ਗਿਆ ਸੀਗਾ, ਹੈ ਨਾ। ਸੋ ਸਾਰਿਆਂ ਨੂੰ ਬੇਨਤੀ ਆ ਬਾਈ ਜੀ, ਜਿਨ੍ਹਾਂ ਨੇ ਇਹ ਫੋਲੋ ਕੀਤਾ ਆ ਇੰਦੀ ਜਸਵਾਲ IND22 ਵਾਲਾ, ਜਿੱਤੇ ਮੈਂ ਹੁਣ ਲਾਈਵ ਆ, ਸਾਰੇ ਉਹ ਵੀ ਫੋਲੋ ਕਰ ਲਓ ਵੀਰ ਮੇਰੇ, ਹੈ ਨਾ। ਸੋ ਰਿਕੁਐਸਟ ਹੀ ਆ, ਹੈ ਨਾ। ਸੋ 13 ਲੱਖ ਫੋਲੋਅਰ ਸੀ, ਇੱਧਰ ਅਜੇ 6 ਲੱਖ ਹੋਇਆ ਆ। ਸੋ ਸਾਰੇ ਜਣੇ ਆਪਣਾ ਇੰਦੀ ਜਸਵਾਲ ਖਾਤਾ ਫੋਲੋ ਕਰੋ, ਹੈ ਨਾ। ਸੋ ਆਹ ਦੇ ਹੁਣ ਇਹਦਾ ਨਾਂ ਆਪਾਂ ਇੰਦੀ ਜਸਵਾਲ ਹੋ ਗਿਆ ਆ, ਇੰਦੀ ਜਸਵਾਲ। ਜਿਨ੍ਹਾਂ ਨੇ ਇੰਦੀ ਜਸਵਾਲ I ਵਾਲਾ ਫੋਲੋ ਕੀਤਾ ਆ, 13 ਲੱਖ ਬੰਦੇ ਨੇ, ਦੇਖ ਲਓ ਜੀ 13 ਲੱਖ, ਹੈ ਨਾ। ਸੋ ਉਹਨਾਂ ਨੂੰ ਰਿਕੁਐਸਟ ਆ ਜੀ, ਇੰਦੀ ਜਸਵਾਲ ਆਹ ਵਾਲਾ ਇਹ ਫੋਲੋ ਕਰੋ। ਆਪਣਾ 6 ਲੱਖ ਫੋਲੋਅਰ ਅਜੇ ਹੋਇਆ। ਸੋ ਬਾਕੀ ਓਕੇ ਜੀ, ਮੈਂ ਰੇਡੀਓ 'ਤੇ ਚੱਲਾਂ, ਅਤੇ ਹਰ ਇੱਕ ਵੀਡੀਓ 'ਤੇ ਆਪਾਂ ਲਿੰਕ ਪਾਇਆ ਹੋਇਆ ਐਡ ਦਾ। ਸੋ ਆਹ ਦੇਖੋ, ਇੱਥੇ ਕਲਿੱਕ ਕਰਨਾ ਤੁਸੀਂ, ਅਤੇ ਆਪਣਾ ਰੇਡੀਓ ਦੀ ਵੈਬਸਾਈਟ ਖੁੱਲ੍ਹ ਜਾਣੀ ਆ। ਅਤੇ ਇੱਦਾਂ ਕਰਕੇ ਤੇ 2 ਐਡਾਂ ਆਉਣੀਆਂ, ਇੱਕ ਆ ਸਿਰੇ 'ਤੇ, ਇੱਕ ਆ ਮੇਰੇ ਸਿਰ 'ਤੇ। ਲਓ ਜੀ, ਹੈ ਨਾ।
ਤੇ ਇੱਥੇ ਕਲਿੱਕ ਕਰ ਦੇਣਾ ਬਸ। ਤੇ ਰੇਡੀਓ ਤੇ ਅੱਜ ਰੱਖਦੇ ਆਂ ਵਿਸ਼ਾ ਵੀ ਪੰਜਾਬ ਦਾ ਮੁੱਖ ਮੰਤਰੀ ਚੇਂਜ ਹੋਇਆ, ਲੋਕਾਂ ਦੇ ਹਾਲਾਤ ਵੀ ਚੇਂਜ ਹੋਣਗੇ ਕਿ ਨਹੀਂ, ਇਹ ਆ ਜੀ ਆਪਣਾ ਅੱਜ ਦਾ ਵਿਸ਼ਾ। ਸੋ ਫਿਰ ਇੱਕ ਵਾਰੀ ਦੱਸ ਦੇਵਾਂ ਜੀ, ਸਾਰਿਆਂ ਰਿਕੁਐਸਟ ਆ, ਸੋ ਜਿਨ੍ਹਾਂ ਨੇ ਇੰਦੀ ਜਸਵਾਲ ਇਹ ਵਾਲਾ 13 ਲੱਖ ਬੰਦੇ ਨੇ ਫੋਲੋ ਕੀਤਾ ਹੋਇਆ ਆ ਹੈ ਨਾ, 13.5 ਲੱਖ ਨੇ ਇਹ ਵਾਲਾ ਆਈ ਵਾਲਾ, ਆਹ 22 ਵਾਲਾ ਕਰ ਲਓ ਇੰਦੀ ਜਸਵਾਲ ਹੈ ਨਾ, ਇੱਥੇ ਲਾਈਵ ਹੋਇਆ ਕਰਨਾ, ਸਾਰੇ ਫੋਲੋ ਕਰ ਲਓ। ਸਾਰਿਆਂ ਸਤਿ ਸ਼੍ਰੀ ਅਕਾਲ। ਭੇਡਾਂ ਦਾ ਕਾਲ ਇੰਦੀ ਜਸਵਾਲ ਮੁੰਡਾ ਡੱਬਿਆਂ ਦਾ, ਤੇ ਫੋਟੋ ਇੱਕ ਰਹਿ ਗਈ ਆ, ਇੱਕ ਮਿੰਟ ਰੁਕ ਜਾਓ ਵੀਡੀਓ ਬੰਦ ਕਰਨ ਨੂੰ ਦਿਲ ਹੀ ਨਹੀਂ ਕਰਦਾ ਹੁੰਦਾ ਮੇਰਾ। ਚਲੋ ਦੀਦੀ ਨਿੱਗੀ ਫੇਸ ਦਿਖਾ ਦਾਂਗੇ। ਤੇ ਓਕੇ ਜੀ, ਸਾਰਿਆਂ ਸਤਿ ਸ਼੍ਰੀ ਅਕਾਲ। ਭੇਡਾਂ ਦਾ ਕਾਲ ਇੰਦੀ ਜਸਵਾਲ ਮੁੰਡਾ ਡੱਬਿਆਂ ਦਾ, ਪਿੰਡ ਨਰੂੜ ਵਾਲਾ। ਰੇਡੀਓ ਤੇ ਮਿਲਦੇ ਆ ਸਾਰੇ। ਜਿਹੜਾ 13.5 ਲੱਖ ਫੋਲੋਅਰ ਆ, 7 ਲੱਖ ਅਜੇ ਬੰਦਾ ਇੱਧਰ ਆਇਆ ਨਹੀਂ, 6 ਲੱਖ ਹੀ ਆਏ ਆ। ਸੋ ਸਾਰੇ ਜਣੇ ਇੰਦੀ ਜਸਵਾਲ 22 ਵਾਲਾ ਫੋਲੋ ਕਰ ਲਓ। ਮਿਲਦੇ ਆ ਜੀ ਰੇਡੀਓ ਤੇ, ਕਰਿਓ ਕਾਲਾਂ ਵੀ ਸਾਡੀ ਜ਼ਿੰਦਗੀ ਚੇਂਜ ਹੋਊਗੀ, ਮੁੱਖ ਮੰਤਰੀ ਚੇਂਜ ਕਰਨਾ, ਇਹ ਵਾਲੇ ਇੱਧਰ ਆ ਜਾਓ ਇੰਦੀ ਜਸਵਾਲ ਤੇ। ਓਕੇ ਜੀ, ਮਿਲਦੇ ਆ ਫਿਰ। ਸਾਰਿਆਂ ਸਤਿ ਸ਼੍ਰੀ ਅਕਾਲ। ਭੇਡਾਂ ਦਾ ਕਾਲ ਇੰਦੀ ਜਸਵਾਲ, ਇਹ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਆ ਰੇਡੀਓ ਤੇ। ਓਕੇ, ਪੇਜ ਸਾਰੇ ਪਾਸੇ ਸ਼ੇਅਰ ਕਰਿਓ, ਲਿੰਕ ਕਲਿੱਕ ਕਰਿਓ ਤੇ ਪੇਜ ਫੋਲੋ ਕਰਿਓ। ਰੇਡੀਓ ਤੇ ਮਿਲਦੇ ਆ। ਅਡੀਓਸ।